ਦਰਦਮੰਦਾਂ ਦੀਆਂ ਆਹੀ ਪੁਸਤਕ ਦੀ ਕਹਾਣੀ ਹੈ ਗੁਆਚੀ ਹੋਈ ਖੁਸ਼ਬੂ। ਲੇਖਕ ਅਫਜ਼ਲ ਅਹਿਸਨ ਰੰਧਾਵਾ। ਮੈਂ ਕਿਹੜੀ ਕਹਾਣੀ ਲਿਖਾਂ? ਜਦੋਂ ਮੈਂ ਕਹਾਣੀ ਲਿਖਣ ਦੀ ਸੋਚਣਾ, ਕਿੰਨੀਆਂ ਕਹਾਣੀਆਂ ਮੇਰੇ ਚਾਰ ਚੁਫੇਰੇ ਖਲੋ ਜਾਂਦੀਆਂ ਨੇ। ਕਿਸੇ ਕਹਾਣੀ ਦੇ ਹੱਥ ਮਿਹਨਤ ਮੁਸ਼ੱਕਤ ਕਰਕੇ ਖੁਰਦਰੇ ਹੋ ਗਏ ਨੇ, ਕਿਸੇ ਕਹਾਣੀ ਦੇ ਸਿਰ ਤੇ ਚੁੰਨੀ ਨਹੀਂ, ਕਿਸੇ ਕਹਾਣੀ ਦਾ ਮੱਖਣ ਵਰਗਾ ਜੁੱਸਾ ਜਹਾਜ਼ ਦੀ ਸਟ੍ਰੈਫਿੰਗ ਨਾਲ ਛੰਨੀ ਏ, ਕਿਸੇ ਕਹਾਣੀ ਦੇ ਸੋਹਣੇ ਚਿਹਰੇ ਤੇ ਬਾਰੂਦ ਦੀ ਸੜਿਆਨ ਤੇ ਲਹੂ ਦੇ ਦਾਗ ਨੇ, ਕਿਸੇ ਕਹਾਣੀ ਦੀ ਬਾਂਹ ਵੱਡੀ ਏ, ਕਿਸੇ ਦੀ ਲੱਤ ਹੈ ਨਹੀਂ, ਕਿਸੇ ਦੀਆਂ ਅੱਖਾਂ ਟੁਰ ਗਈਆਂ, ਕਿਸੇ ਦਾ ਗੋਸ਼ਤ ਨੇਪਾਮ ਬੰਬ ਦੀ ਅੱਗ ਨਾਲ ਝੁਲਸ ਗਿਆ ਏ। ਚਾਰ ਚੁਫੇਰੇ ਵੇਖਦਾ ਤੇ ਮੇਰੀ ਕੋਈ ਕਹਾਣੀ ਸਾਲਮ ਨਹੀਂ, ਕਿਸੇ ਦਾ ਹੁਸਨ ਵੀ ਕਾਇਮ ਨਹੀਂ ਰਿਹਾ, ਕਿਸੇ ਦੇ ਲੀੜੇ ਵੀ ਪੂਰੇ ਤੇ ਪਿੰਡਾ ਢਕਣ ਵਾਲੇ ਨਹੀਂ। ਸਭ ਬਦਸੂਰਤੀ ਦੇ ਗਹਿਰੇ ਸਾਏ ਥੱਲੇ ਨੇ, ਪਰ ਬਦਸੂਰਤੀ ਵੀ ਤੇ ਹੁਸਨ ਏ। ਤੇ ਸ਼ਾਇਰ ਅਦੀਬ ਤੇ ਅਜ਼ਲ ਤੋਂ ਹੁਸਨ ਵੰਡਦਾ ਤੇ ਹੁਸਨ ਸਰਾਉਂਦਾ ਆਇਆ ਹੈ। ਮੈਂ ਕਿਉਂ ਬਦਸੂਰਤੀ ਨੂੰ ਹੁਸਨ ਦੀ ਝੂਠੀ ਚਾਦਰ 'ਚ ਲਪੇਟ ਕੇ ਲੋਕਾਂ ਨੂੰ ਵਿਖਾਉਂਦਾ? ਚਾਦਰ ਲਾ ਕੇ ਕਿਉਂ ਨਹੀਂ ਦੱਸਦਾ? ਪਰ ਇਹਦੀ ਵੀ ਕੀ ਲੋੜ ਏ? ਮੇਰੀਆਂ ਸਾਰੀਆਂ ਕਹਾਣੀਆਂ ਦਾ ਜਨਮ ਵੀ ਤਾਂ ਮਿੱਟੀ ਤੋਂ ਹੋਇਆ ਹੈ ਤੇ ਇਹਨਾਂ ਦੇ ਪੈਰ ਵੀ ਮਿੱਟੀ ਉੱਤੇ ਨੇ। ਇਹਨਾਂ ਦੀ ਬਦਸੂਰਤੀ ਵਿੱਚ ਵੀ ਮਿੱਟੀ ਦੀ ਪੀੜ ਏ ਤੇ ਇਹੋ ਪੀੜ ਇਹਨਾਂ ਨੂੰ ਬਦਸੂਰਤ ਕਰ ਦਿੰਦੀ ਏ। ਪਰ ਹੁਣ ਮੈਂ ਬਦਸੂਰਤ ਦਾ ਲਫ਼ਜ਼ ਨਹੀਂ ਲਿਖਾਂਗਾ, ਕਿਉਂ ਜੋ ਮਿੱਟੀ ਦਾ ਜ਼ਖਮ, ਮਿੱਟੀ ਦਾ ਦੁੱਖ, ਮਿੱਟੀ ਦੀ ਸਾਂਝ ਕਦੀ ਵੀ ਬਦਸੂਰਤੀ ਨਹੀਂ ਸਗੋਂ ਖੂਬਸੂਰਤੀ ਦਿੰਦੇ ਨੇ। ਪਰ ਮਿੱਟੀ ਇਨਸਾਨ ਦੇ ਪੈਦਾ ਹੋਣ ਤੋਂ ਪਹਿਲਾਂ ਵੀ ਇਹੋ ਜਿਹੀ ਸੀ, ਸਗੋਂ ਇਨਸਾਨ ਨੇ ਮਿੱਟੀ ਨੂੰ ਜ਼ਖਮ, ਦੁੱਖ, ਦਰਦ ਤੇ ਬਦਸੂਰਤੀਆਂ ਦਿੱਤੀਆਂ। ਮਿੱਟੀ ਨੇ ਸਦਾ ਇਨਸਾਨ ਦੀ ਸੂਰਤ ਵੇਖਣ ਤੋਂ ਬਗੈਰ ਹੀ ਆਸਰਾ ਦਿੱਤਾ ਹੈ ਤੇ ਦਿੰਦੀ ਰਹੇਗੀ। ਇਨਸਾਨ, ਮਿੱਟੀ ਤੇ ਆਸਰਾ। ਪਰ ਇਨਸਾਨ ਕੋਲੋਂ ਮਿੱਟੀ ਦਾ ਆਸਰਾ ਖੋਹਣ ਵਾਲਾ ਕੌਣ ਹੈ? ਮੇਰੇ ਕੋਲੋਂ ਮੇਰੀ ਪੱਗ ਤੇ ਮੇਰੀ ਜੁੱਤੀ ਕਿਹਨੇ ਖੋਈ, ਜਿਹੜੀ ਮੈਂ ਆਪਣੇ ਦਾਣੇ ਵੇਚ ਕੇ ਲਿਆਂਦੀ ਸੀ? ਦਾਣੇ ਜਿਹੜੇ ਮੈਂ ਆਪਣੇ ਮੁੜਕਾ ਮਿੱਟੀ ਦੇ ਮੁੜਕੇ 'ਚ ਰਲਾ ਕੇ ਮਿੱਟੀ 'ਚੋਂ ਕੱਢੇ ਸਨ। ਮੇਰੇ ਅੰਦਰੋਂ ਮੇਰਾ ਸਾਰਾ ਲਹੂ ਕਿਸ ਮਸ਼ੀਨ ਨੇ ਨਿਚੋੜ ਲਿਆ ਏ, ਜਿਹੜਾ ਮੈਂ ਆਪਣਾ ਤੇ ਆਪਣੇ ਬਾਲ ਬੱਚੇ ਦਾ ਢਿੱਡ ਭਰਨ ਦਾ ਠੇਕਾ ਕਰਨ ਦੇ ਭੁਲੇਵੇਂ ਖੁਆ ਬੈਠਾ। ਤੇ ਮੇਰਾ ਢਿੱਡ ਕਿਉਂ ਖਾਲੀ ਏ? ਮੇਰਾ ਸਾਰਾ ਲਹੂ ਮਸ਼ੀਨ ਨੂੰ ਦੇਣ ਮਗਰੋਂ ਵੀ ਮੇਰੇ ਬਾਲ ਬੱਚੇ ਭੁੱਖੇ ਕਿਉਂ ਨੇ? ਮੇਰੀ ਮਿੱਟੀ ਉੱਤੇ ਲੀਕਾਂ ਕਿਸ ਨੇ ਖਿੱਚ ਦਿੱਤੀਆਂ ਨੇ? ਜ਼ਮੀਲਾ ਦੇ ਹੁਸਨ ਨੂੰ ਅਲ ਜਜ਼ਾਇਰ ਦੀ ਕਿਹੜੀ ਸ਼ੈ ਵਿਗਾੜ ਦਿੱਤਾ? ਵੀਤਨਾਮ ਦੇ ਹਰੇ ਭਰੇ ਜੰਗਲਾਂ ਦੇ ਨਿੱਕੇ ਨਿੱਕੇ ਘਰਾਂ ਨੂੰ ਕਿਸ ਸੁਆਹ ਦਾ ਢੇਰ ਬਣਾ ਦਿੱਤਾ? ਸਹਿਰਾਈ ਸਿਨਾਂ ਵਿੱਚ ਲਹੂ ਕਿਉਂ ਤੇ ਕਿਸ ਉਹਦੀ ਰੇਤ ਤੇ ਰੋੜ ਕੇ ਰੇਤ ਦਾ ਰੰਗ ਬਦਲ ਦਿੱਤਾ? ਕਾਲੇ ਨੂੰ ਗੋਰੇ ਨਫ਼ਰਤ ਨਾਲ ਗਟਰ ਦਾ ਭਰਾ ਸਮਝ ਕੇ ਗਟਰ 'ਚ ਕਿਉਂ ਸੁੱਟ ਦਿੱਤਾ? ਇਨਸਾਨ ਜੇ ਜਮੰਦਰੂ ਆਜ਼ਾਦ ਏ ਤਾਂ ਫਿਰ ਉਹਨੂੰ ਗੁਲਾਮ ਬਣਾਉਣ ਲਈ ਸਾਇੰਸ ਨੇ ਇੰਨੀਆਂ ਇਜਾਦਾਂ ਕਿਉਂ ਕੀਤੀਆਂ ਨੇ? ਮਿੱਟੀ ਜੇ ਮੁਕੱਦਸ ਏ ਤੇ ਫਿਰ ਉਹਦੇ ਸੀਨੇ ਉੱਤੇ ਰੋਜ਼ ਜ਼ਖਮ ਲਾ ਕੇ ਲਹੂ ਵਗਾ ਕੇ ਉਹਦਾ ਪਿੰਡਾ ਕਿਉਂ ਛਾਨਣੀ ਕੀਤਾ ਜਾਂਦਾ ਹੈ? ਰੱਬ ਜੇ ਆਸਰਾ ਏ ਤੇ ਫਿਰ ਇਨਸਾਨ ਕੋਲੋਂ ਉਹਦਾ ਆਸਰਾ ਕਿਉਂ ਖੋਇਆ ਜਾਂਦਾ ਹੈ? ਰੱਬ, ਮਿੱਟੀ, ਇਨਸਾਨ ਤੇ ਆਸਰਾ ਜੇ ਇੱਕ ਚਕੋਰ ਏ ਤੇ ਫਿਰ ਕਿਹੜਾ ਹੱਥ ਨਾਲ ਲੀਕਾਂ ਤੇ ਪੂੰਝੇ ਮਾਰ ਕੇ ਇਹਨਾਂ ਨੂੰ ਮਿਟਾਉਣ ਦਾ ਚਾਰਾ ਕਰਦਾ ਹੈ? ਤੇ ਜਦੋਂ ਨਾਜ਼ੀ ਆਕਸਫੋਰਡ ਦੇ ਲਹਿਜੇ 'ਚ ਅੰਗਰੇਜ਼ੀ ਬੋਲਦੀ ਉਹ ਪੰਜਾਬੀ ਬੋਲੀ ਸੁਣ ਕੇ ਮੇਰੇ ਵੱਲ ਮੋਟੀਆਂ ਸ਼ਰਬਤੀ ਅੱਖਾਂ ਨਾਲ ਸਵਾਲੀਆ ਅੰਦਾਜ਼ 'ਚ ਵੇਖਦੀ ਏ, ਰੱਬ ਵਰਗਾ ਆਸਰਾ ਤੇਰਾ ਵਸਦਾ ਰਹੋ ਮਿੱਤਰਾ। ਉਹਨੂੰ ਕੀ ਜਵਾਬ ਦੇਵਾਂ? ਆਖਾਂ ਰੱਬ ਕੋਲ ਹੋਰ ਬੜੇ ਕੰਮ ਨੇ, ਦੁਨੀਆ ਵੱਧ ਗਈ ਹੈ, ਮਸਾਇਲ ਵੱਧ ਗਏ ਨੇ, ਉਹ ਵਿਹਲਾ ਨਹੀਂ ਤੇ ਆਸਰਾ ਕਿੱਦਾਂ ਤੇ ਕਾਹਦਾ? ਜਦੋਂ ਆਸਰਿਆਂ ਦੀ ਤਾਦਾਦ ਤੋਂ ਕਈ ਹਜ਼ਾਰ ਗੁਣਾ ਵੱਧ ਉਹਨਾਂ ਲੋਕਾਂ ਦੀ ਤਾਦਾਦ ਏ ਜਿਹੜੇ ਆਸਰੇ ਖੋਹਦੇ ਨੇ। ਚਾਚਾ ਟਹਿਲ ਸਿੰਘ ਠੀਕ ਆਂਦਾ ਹੁੰਦਾ ਸੀ, ਪੁੱਤਰਾ ਅਸੀਂ ਸਾਰੇ ਕਹਾਣੀਆਂ, ਪਰ ਸਾਨੂੰ ਲਿਖਣ ਵਾਲਾ ਕੋਈ ਨਹੀਂ। ਆਹੋ ਚਾਚਾ ਟਹਿਲ ਸਿਆ, ਤੂੰ ਠੀਕ ਆਖਦਾ ਸੈਂ। ਅਜੇ ਕੱਲ੍ਹ ਦੀ ਗੱਲ ਏ ਜਦੋਂ ਤੂੰ ਇੱਥੋਂ ਇਸ ਮਿੱਟੀ ਦਾ ਪੁੱਤਰ ਇਸ ਮਿੱਟੀ 'ਚੋਂ ਕੱਢੇ ਸੋਨੇ ਦੀਆਂ ਮੌਜਾਂ ਮਾਣਦਾ ਸੈਂ। ਇਹ ਮਿੱਟੀ ਤੈਨੂੰ ਲਾਡਲੇ ਪੁੱਤਰਾਂ ਵਾਂਗਰ ਲਾਡ ਲਡਾਉਂਦੀ ਸੀ। ਤੇਰੀਆਂ ਹਵਾ ਨਾਲੋਂ ਤੇਜ਼ ਦੌੜਨ ਵਾਲੀਆਂ ਘੋੜੀਆਂ ਦੀ ਧੁੰਮ ਸਾਰੇ ਬਾਹਰੇ ਵਿੱਚ ਸੀ। ਤੇਰੇ ਧੰਨੀ ਦੇ ਡੱਗੇ ਲੋਕ ਦੂਰੋਂ ਦੂਰੋਂ ਵੇਖਣ ਆਉਂਦੇ ਸੀ। ਤੇਰੀਆਂ ਨੀਲੀਆਂ ਮੱਝਾਂ ਦੇ ਨਾਲ ਦੀਆਂ ਸਾਰੇ ਪੰਜਾਬ 'ਚ ਕਿਸੇ ਕੋਲ ਮੱਝਾਂ ਨਹੀਂ ਸਨ। ਤੇਰੇ ਦਲਾਨ ਰੰਗੀਨ ਮੰਜੀਆਂ ਤੇ ਪੇਟੀਆਂ, ਰੰਗ ਬਿਰੰਗੀਆਂ ਫੁਲਕਾਰੀਆਂ, ਰਜਾਈਆਂ ਤੇ ਸੋਹਣੀਆਂ ਖੇਸੀਆਂ ਭਰੀਆਂ ਰਹਿੰਦੀਆਂ ਸਨ। ਤੇਰੇ ਬੂਹੇ ਤੋਂ ਕਦੇ ਕੋਈ ਲੋੜਵੰਦ ਖਾਲੀ ਹੱਥ ਨਹੀਂ ਸੀ ਗਿਆ। ਤੂੰ ਇੱਕ ਵੱਡਾ ਸਰਦਾਰ ਹੋ ਕੇ ਵੀ ਆਪਣੇ ਨੌਕਰਾਂ ਨੂੰ ਪੁੱਤਰਾਂ ਵਾਂਗੂ ਰੱਖਦਾ ਸੈਂ। ਪਿੰਡ ਦੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਦਾ ਸੈਂ। ਹਰ ਇੱਕ ਦੀ ਪੀੜ 'ਚ ਤੇਰੀ ਸਾਂਝ ਸੀ। ਭੈਣੀ ਸਾਹਿਬ ਵਾਲੇ ਗੁਰਦੁਆਰੇ ਵਾਲੇ ਬੋਰਡ ਥੱਲੇ ਸੰਗਤਾਂ ਲਾਈ ਬੈਠੇ ਸਨ। ਤੇਰੀ ਹਵੇਲੀ 'ਚ ਸੈਂਕੜੇ ਪ੍ਰਾਹੁਣਿਆਂ ਲਈ ਪ੍ਰਸ਼ਾਦ ਪੱਕ ਰਹੇ ਸਨ।
ਬੇਸਮਝ ਮੁੰਡੇ ਲੁਕ ਲੁਕ ਕੇ ਬੋਲੀਆਂ ਪਾਉਂਦੇ ਸਨ। ਕੁਣਕਾ ਖਾਣ ਦੇ ਮਾਰੇ ਆ ਗਏ ਨਾਮਧਾਰੀ। ਸਾਰੇ ਪਿੰਡ 'ਚ ਮੇਲਾ ਲੱਗਿਆ ਹੋਇਆ ਸੀ। ਅਸੀਂ ਵੀ ਨਿੱਕੇ ਨਿੱਕੇ ਗੁਰੂ ਹੋਰਾਂ ਦੇ ਦਰਸ਼ਨ ਕਰਨ ਗਏ। ਹੋਰ ਵੀ ਲੋਕ ਦੂਰੋਂ ਦੂਰ ਗੁਰੂ ਸਾਹਿਬ ਦੇ ਦਰਸ਼ਨ ਨੂੰ ਆਏ ਸਨ। ਤੂੰ ਪਾਲ ਸਿੰਘ ਤੇ ਮੈਨੂੰ ਫੜ ਕੇ ਗੁਰੂ ਹੋਰਾਂ ਸਾਹਮਣੇ ਖਿਲਾਰ ਦਿੱਤਾ। ਇਹ ਮੇਰੇ ਪੁੱਤਰ ਨੇ, ਤੂੰ ਆਖਿਆ। ਪਾਲੇ ਦਾ ਸਿਰ ਨੰਗਾ ਸੀ ਤੇ ਉਸ ਨਿੱਕਾ ਜਿਹਾ ਜੂੜਾ ਘੁੱਟ ਕੇ ਬੰਨਿਆ ਹੋਇਆ ਸੀ ਤੇ ਗੁਰੂ ਹੋਰਾਂ ਪਹਿਲਾਂ ਉਹਦੇ ਸਿਰ ਤੇ ਪਿਆਰ ਦਿੱਤਾ ਤੇ ਤੇਰੇ ਵੱਲ ਸਵਾਲੀਆ ਨਜ਼ਰ ਨਾਲ ਵੇਖਿਆ, ਜਿਵੇਂ ਪੁੱਛਦੇ ਹੁਣ ਇਹ ਦੂਜਾ ਮੁਸਲਮਾਨ ਮੁੰਡਾ ਕੌਣ ਹੈ? ਤੇ ਤੂੰ ਆਖਿਆ ਸੀ ਮੇਰੇ ਭਰਾ ਦਾ ਪੁੱਤਰ ਹੈ। ਗੁਰੂ ਹੋਰਾਂ ਹੱਸ ਕੇ ਦੋਵਾਂ ਹੱਥਾਂ ਨਾਲ ਮੇਰੇ ਸਿਰ ਤੇ ਪਿਆਰ ਦਿੱਤਾ ਤੇ ਦੁਆ ਦਿੱਤੀ। ਤੇ ਫਿਰ ਚਾਚਾ ਤੇਰੀ ਸਾਵੀ ਘੋੜੀ ਨੇ, ਜਿਹੜੀ ਤੂੰ ਮਹਾਰਾਜਾ ਕਪੂਰਥਲਾ ਕੋਲੋਂ ਉਸ ਜ਼ਮਾਨੇ 'ਚ 10,000 ਦੀ ਲਈ ਸੀ, ਬੜੀਆਂ ਆਸਾਂ ਤੇ ਸਦਰਾਂ ਦੀ ਵਿਛੇਰੀ ਬੜੇ ਬੇਬਹਾ ਮੁੱਲ ਦੀ ਸੀ। ਉਦੋਂ ਵਿਛੇਰੀ ਮਸਾਂ ਹੀ 6 ਮਹੀਨਿਆਂ ਦੀ ਹੋਏਗੀ। ਮੈਂ ਇੱਕ ਦਿਨ ਖੇਡਦਾ ਖੇਡਦਾ ਤੇਰੇ ਘਰ ਚਲਾ ਗਿਆ। ਸੋਨੇ ਦੀ ਦਿਲ ਵਾਲੀ ਚਾਚੀ ਨੇ ਸਦਕੇ ਵਾਰੀ ਹੋ ਕੇ ਘੁੱਟ ਕੇ ਦੋਵਾਂ ਹੱਥਾਂ ਦਾ ਪਿਆਰ ਮੇਰੇ ਸਿਰ ਤੇ ਦਿੱਤਾ, ਮੱਥਾ ਚੁੰਮਿਆ ਤੇ ਮੈਨੂੰ ਗੋਦੀ 'ਚ ਬਿਠਾ ਲਿਆ। ਇੱਕ ਰੋਟੀ ਦੀ ਚੂਰੀ ਕੁੱਟ ਕੇ ਤੇ ਸ਼ੱਕਰ ਪਾ ਕੇ ਮੈਨੂੰ ਧੱਕੇ ਨਾਲ ਖਵਾਉਣ ਲੱਗ ਪਈ। ਇੰਨੇ ਚਿਰ 'ਚ ਪਾਲਾ ਆ ਗਿਆ ਤੇ ਅਸੀਂ ਦੋਵੇਂ ਖੇਡਦੇ ਮਲਦੇ ਹਵੇਲੀ ਆ ਗਏ। ਭਾਊ ਰਤਨ ਸਿੰਘ ਹਵੇਲੀ 'ਚ ਸੀ। ਉਹਦੀ ਬਾਂਦਰੀ ਬੰਦਿਆਂ ਵਾਂਗੂ ਵੇਲਣੇ 'ਚ ਗੰਨੇ ਲਾਉਣ ਡਈ ਸੀ। ਭਾਊ ਧੂੜ 'ਚ ਸੋਡਾ ਪਾ ਕੇ ਉੱਤੋਂ ਮੈਲ ਲਾਉਣ ਡਿਆ ਸੀ। ਮੈਨੂੰ ਅਜੇ ਤੀਕਰ ਯਾਦ ਏ। ਭਾਊ ਦਾ ਗੁੜ ਸਾਰੇ ਪਿੰਡ ਦੇ ਗੁੜ 'ਚੋਂ ਚਿੱਟਾ ਤੇ ਸਾਫ਼ ਹੁੰਦਾ ਸੀ। ਨਿੱਕੂ ਈਸਾਈ ਚੁੰਬਾ ਝੋਕਣ ਡਿਆ ਸੀ ਤੇ ਭਾਊ ਚੁੰਬੇ ਤੇ ਧੂਏ ਦੇ ਗੁੜ ਦੀ ਧੂੜ ਵਿੱਚ ਉੱਠਣ ਵਾਲੀ ਭਾਪ 'ਚ ਲੁਕਿਆ ਲੱਗਦਾ ਸੀ। ਪਰ ਉਸ ਪਾਲੇ ਨੇ ਮੈਨੂੰ ਵੇਖ ਲਿਆ। ਰੌ ਪੀ, ਗੁੜ ਖਾ, ਗੰਨਾ ਚੂਪ ਲੈ, ਬਹਿ ਜਾ। ਓਏ ਮੁੰਡਿਆ, ਮੰਜੀ ਪਰੇ ਧੁੱਪੇ ਕਰਕੇ ਕਰਦੇ ਵੀਰ ਨੂੰ। ਖੌਰੇ ਭਾਊ ਰਤਨ ਸਿੰਘ ਨੇ ਮੇਰੇ ਤੇ ਕਿੰਨੇ ਕੁ ਹੁਕਮ ਲਾ ਦਿੱਤੇ, ਪਰ ਮੇਰਾ ਧਿਆਨ ਉਸ ਵਿਛੇਰੀ ਵੱਲ ਚਲਾ ਗਿਆ ਤਾਂ ਮੈਂ ਤੇ ਪਾਲ ਸਿੰਘ ਕੋਲ ਜਾ ਕੇ ਵਿਛੇਰੀ ਵੇਖਣ ਲੱਗ ਪਏ। ਰੱਜ ਕੇ ਸੋਹਣੀ ਵਿਛੇਰੀ ਤਸਵੀਰ ਲੱਗਦੀ ਸੀ। ਖੌਰੇ ਕਿਧਰੋਂ ਚਾਚਾ ਟਹਿਲ ਸਿੰਘ ਆ ਗਿਆ ਤੇ ਖੌਰੇ ਕਿਸ ਮੂਰਖ ਪੁਣੇ 'ਚ ਮੈਂ ਉਹਦੀ ਗੋਦੀ ਚੜਿਆ। ਉਸ ਵਿਛੇਰੀ ਤੇ ਚੜਨ ਦੀ ਜਿੱਦ ਕੀਤੀ। 7 ਵਰਿਆਂ ਦੇ ਬਾਲ 'ਚ ਸਮਝ ਕਿੰਨੀ ਕੁ ਹੁੰਦੀ ਏ। ਪਰ ਚਾਚਾ, ਤੂੰ ਮੈਨੂੰ ਇੱਕ ਵਾਰ ਨਾ ਮੋੜਿਆ ਤੇ ਨਾ ਸਮਝਾਇਆ ਤੇ ਉਸ ਮਾਸੂਮ ਤੇ ਬੇਬਹਾ ਮੁੱਲ ਦੀ ਵਿਛੇਰੀ ਨੂੰ ਫੜ ਕੇ ਲਗਾਮ ਨੂੰ ਗੰਢਾ ਦੇ ਕੇ ਛੋਟੀ ਕਰਕੇ ਉਹਨੂੰ ਲਗਾਮ ਦੇ ਦਿੱਤੀ ਤੇ ਜਿਹੜਾ ਬੰਦਾ ਜਿੱਥੇ ਸੀ ਹੈਰਾਨੀ ਨਾਲ ਬੁੱਤ ਬਣ ਗਿਆ। ਭਾਊ ਪੱਕੇ ਹੋਏ ਧੂੜ ਨੂੰ ਛੱਡ ਕੇ ਖਲੋ ਗਿਆ। ਹਰ ਬੰਦਾ ਚਾਚਾ ਤੇਰੇ ਵੱਲ ਵੇਖਣ ਡਿਆ ਸੀ, ਜਿਹੜਾ ਤੂੰ ਇੱਕ ਬਾਲ ਦੇ ਮੂਰਖਪੁਣੇ ਨਾਲ ਆਪ ਵੀ ਬਾਲ ਬਣ ਗਿਆ ਸੈਂ। ਪਰ ਤੇਰੇ ਕੰਮਾਂ 'ਚ ਦਖਲ ਦੇਣ ਦੀ ਹਿੰਮਤ ਤੇ ਜੁਰਤ ਕਿਹਨੂੰ ਸੀ? ਫਿਰ ਤੂੰ ਮੋਢੇ ਵਾਲੀ ਖੱਦਰ ਦੀ ਚਾਦਰ ਲਾ, ਟੱਪਦੀ ਨੱਚਦੀ ਘਬਰਾਈ ਹੋਈ ਤੇ ਪਰੇਸ਼ਾਨੀ ਨਾਲ ਨਿਢਾਲ ਹੋਈ ਵਿਛੇਰੀ ਉੱਤੇ ਪਾਈ ਤੇ ਫਿਰ ਕਾਠੀ ਉਹਦੇ ਮਾਸੂਮ ਨਿੱਕੇ ਨਰਮ ਤੇ ਨਰੋਏ ਲੱਕ ਤੇ ਪਾ ਦਿੱਤੀ। ਤੰਗ ਨੂੰ ਗੰਢਾ ਦੇ ਕੇ ਕੱਸ ਦਿੱਤਾ। ਅੱਜ ਸੋਚਣਾ 6 ਮਹੀਨਿਆਂ ਦੀ ਦੁੱਧ ਪੀਂਦੀ ਕੋਮਲ ਬਾਲੜੀ ਵਿਛੇਰੀ ਦੀ ਜਾਨ ਲੈਣ ਲਈ ਇੰਨਾ ਦੁੱਖ ਤੇ ਸਦਮਾ ਹੀ ਬੜਾ ਸੀ। ਫਿਰ ਤੂੰ ਮੈਨੂੰ ਉਹਦੇ ਤੇ ਚਾੜ ਕੇ ਉਹਨੂੰ ਅੱਗੋਂ ਫੜ ਕੇ ਹਵੇਲੀ ਦੇ 2 ਫੇਰੇ ਲਵਾਏ ਤੇ ਵਿਛੇਰੀ ਦੁੱਖ ਤੇ ਸਦਮੇ ਨਾਲ ਨਿਢਾਲ ਹੋ ਕੇ ਡਿੱਗ ਕੇ ਮਰ ਗਈ। ਮਹਾਰਾਜਾ ਕਪੂਰਥਲੇ ਦੀ ਲਾਡਲੀ ਸਾਵੀ ਘੋੜੇ ਦੀ ਸੋਹਣੀ ਵਿਛੇਰੀ, ਜਿਹੜੀ ਤੂੰ ਕਿੰਨੀਆਂ ਸਦਰਾਂ ਤੇ ਆਸਾਂ ਨਾਲ ਲਈ ਸੀ, ਪਰ ਤੇਰੇ ਮੱਥੇ ਤੇ ਵੱਟ ਤੇ ਕੀ ਕਿਸੇ ਵੀ ਉਫ ਨਾ ਕੀਤੀ ਸਿਵਾਏ ਅੱਬਾ ਜੀ ਦੇ, ਕਿ ਜਦੋਂ ਉਹਨਾਂ ਸੁਣਿਆ ਮੈਨੂੰ ਵੀ ਗੁੱਸੇ ਹੋਏ ਤੇ ਤੈਨੂੰ ਵੀ, ਪਰ ਤੂੰ ਹੱਸ ਛੱਡਿਆ। ਚਾਚਾ, ਅੱਜ ਮੈਂ ਬਾਲਗ ਹਾਂ, ਸਿਆਣਾ ਵਾਂ, ਪੱਥਰ ਵਾਂਗੂ ਠੇਡੇ ਖਾ ਖਾ ਕੇ ਗੋਲ ਹੋ ਗਿਆ। ਦੁਨੀਆ ਦਾ ਸਰਦ ਗਰਮ ਵੇਖਿਆ ਤੇ ਉਹਨਾਂ ਦੇ ਵਸਨੀਕਾਂ ਨੂੰ ਵੇਖਣ ਪਰਖਣ ਤੇ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਉਹ ख्वाबाਂ ਦੀਆਂ ਗੱਲਾਂ ਲੱਗਦੀਆਂ ਨੇ, ਗਵਾਚੇ ਹੋਏ ख्वाब। ਕਿੱਡਾ ਬਦਕਿਸਮਤ ਹੁੰਦਾ ਹੈ ਉਹ ਬੰਦਾ ਜਿਹਦੇ ख्वाब ਗਵਾਚ ਜਾਣ। ਅੱਜ ਸੋਚਣਾ ਚਾਚਾ, ਜੇ ਤੂੰ ਤੇ ਮੇਰੇ ਪਿਓ ਦਾ ਮੂੰਹ ਬੋਲਿਆ ਭਰਾ ਸੈਂ, ਤੂੰ ਤੇ ਉਹਦੇ ਨਾਲ ਪੱਗ ਵਟਾਈ ਸੀ, ਤੂੰ ਉਹਦਾ ਸਕਾ ਭਰਾ ਤੇ ਨਹੀਂ ਸੈਂ, ਪਰ ਜਿੰਨਾ ਪਿਆਰ ਤੂੰ ਮੈਨੂੰ ਦਿੱਤਾ ਉਹਨਾਂ ਤੇ ਮੇਰੇ ਸਕੇ ਚਾਚੇ ਵੀ ਨਹੀਂ ਦਿੱਤਾ। ਲਹੂ ਤੇ ਲਹੂ ਦੀ ਸਾਂਝ ਹੀ ਬੜੀ ਹੁੰਦੀ ਏ, ਪਰ ਫਿਰ ਵੀ ਮੈਨੂੰ ਸਕਿਆਂ ਨਾਲੋਂ ਪਿਆਰਾ ਕਿਉਂ ਸੈਂ? ਮੈਂ ਤੈਨੂੰ ਤੇਰੇ ਪਾਲੇ ਨਾਲੋਂ ਬਹੁਤਾ ਪਿਆਰਾ, ਬਹੁਤਾ ਲਾਡਲਾ ਤੇ ਬਹੁਤਾ ਨੇੜੇ ਕਿਉਂ ਸਾਂ? ਫਿਰ ਉਹ ਹਨੇਰੀ ਚੜੀ ਤੇ ਹੋਣੀ ਜ਼ਮੀਨ ਤੇ ਆ ਕੇ ਇਨਸਾਨ ਦੇ ਰੂਪ 'ਚ ਬਹਿ ਗਈ। ਰਾਵੀ ਤੇ ਬਸੰਤਰ ਹੜ ਨਾਲ ਗਜ਼ਬਨਾਕ ਹੋਏ ਤੇ ਛੱਲਾਂ ਨਾਲ ਝੱਗ ਨਾਲ ਭਰੇ ਮੂੰਹ ਲੈ ਕੇ ਅੰਦਰੋਂ ਬਾਹਰ ਨਿਕਲ ਆਈਆਂ। 4 ਚੁਫੇਰੇ ਲੱਕ ਲੱਕ ਪਾਣੀ। ਤੂੰ ਭਰੀ ਹਵੇਲੀ ਦੇ ਭਰੇ ਘਰ 'ਚੋਂ ਬਸ 2-4 ਸ਼ੈਵਾਂ ਲਈਆਂ ਤੇ ਮੇਰੇ ਚਾਚੇ ਤਾਏ ਤੇ ਪਿਓ ਉਸ ਗੱਡੇ ਨੂੰ ਬਰਛੀਆਂ ਛਵੀਆਂ ਤੇ ਬੰਦੂਕਾਂ ਦੇ ਪਹਿਰੇ 'ਚ ਲੈ ਕੇ ਟੁਰ ਪਏ। ਗੱਡੇ ਤੇ ਚਾਚੀ, ਪਾਲਾ, ਭੈਣ, ਤੂੰ ਤੇ ਰਤੂ, 100 ਤੇ ਤੁਹਾਡੇ ਆਲੇ ਦੁਆਲੇ ਤੁਹਾਡੀ ਹਿਫਾਜ਼ਤ ਲਈ ਅਸੀਂ ਡੇਰੇ ਦੇ ਪੁਲ ਤੀਕਰ ਗਏ। ਤੁਸੀਂ ਵੀ ਰੋ ਰੋ ਕੇ ਨਿਢਾਲ ਹੋ ਗਏ ਤੇ ਤੁਹਾਨੂੰ ਛੱਡਣ ਜਾਣ ਵਾਲੇ ਵੀ। ਰਾਹ 'ਚ ਲੁੱਟ ਮਾਰ, ਕਤਲੋ ਗਾਰਤ, ਹਮਲੇ ਤੋਂ ਹੋਰ ਕੀ ਕੀ ਬਲਾਵਾਂ ਤੇ ਪੁਲ ਉੱਤੇ ਜਾ ਕੇ ਜਦੋਂ ਮੇਰੇ ਪਿਓ ਤੇ ਤੂੰ ਜੱਫੀ ਮਾਰੀ
ਤੇ ਤੁਸਾਂ ਦੋਵਾਂ ਦੀ ਢਾਈਆਂ ਮਾਰੀਆਂ। ਤੁਹਾਨੂੰ ਡੇਰੇ ਵਾਲੇ ਪੁਲ ਤੋਂ ਲੰਘਦਿਆਂ ਜਾਂਦਿਆਂ ਤੇ ਪਰਤ ਕੇ ਵੇਖਦਿਆਂ ਨੂੰ ਵੇਖ ਕੇ ਮੇਰਾ ਪਿਓ ਕਿਵੇਂ ਬਾਲਾਂ ਵਾਂਗੂ ਢਾਹਾਂ ਮਾਰਦਾ ਰਿਹਾ। ਤੁਸਾਂ ਅਗਾਂਹ ਲੰਘ ਕੇ ਖਲਕਤ ਦੇ ਹੜ 'ਚ ਗਵਾਚ ਗਏ, ਪਰ ਅਸੀਂ ਸ਼ਾਮ ਤੀਕਰ ਕਿਉਂ ਪੁਲ ਤੇ ਰੋਂਦੇ ਰਹੇ ਤੇ ਅਖੀਰ ਤੁਹਾਨੂੰ ਗਵਾ ਕੇ ਆਪਣੇ ਤੇ ਤੁਹਾਡੇ ਉੱਜੜ ਗਏ ਘਰਾਂ 'ਚ ਪਰਤ ਕੇ ਆ ਗਏ। ਉਦੋਂ ਮੈਂ 8 ਵਰ੍ਹਿਆਂ ਦਾ ਸਾਂ ਤੇ ਹੁਣ 38 ਵਰ੍ਹਿਆਂ ਦਾ, ਪਰ ਮੈਂ ਔਖੇ ਤੋਂ ਔਖੇ ਵੇਲੇ ਵੀ ਆਪਣੇ ਪਿਓ ਨੂੰ ਰੋਂਦਿਆਂ ਨਹੀਂ ਵੇਖਿਆ, ਸਿਵਾਏ ਉਸ ਦਿਨ ਦੇ। ਹੁਣ ਤਾਂ ਬਸ ਤੇਰੇ ਨਾਂ ਤੇ ਉਹਦੀਆਂ ਅੱਖਾਂ ਭਿੱਜ ਜਾਂਦੀਆਂ ਨੇ। ਤੇ ਅੱਜ ਮੁਕੇਰੀਆਂ ਦੇ ਕਿਸੇ ਪਿੰਡ 'ਚ ਸ਼ਰਨਾਰਥੀ ਟਹਿਲ ਸਿੰਘ ਖੌਰੇ ਕਿੱਡਾ ਕੁ ਖੁਸ਼ ਏ, ਤੇ ਖੌਰੇ ਹੁਣ ਪਾਲਾ ਸਿੰਘ ਮੇਰੇ ਵਾਂਗੂ ਅੱਧੇ ਧੌਲਿਆਂ ਵਾਲੇ ਸਿਰ ਤੇ ਆਪਣੀਆਂ ਰੌਸ਼ਨ ਬਦਾਮੀ ਅੱਖਾਂ 'ਚ ਕੋਈ ਖਾਬ ਰੱਖਦਾ ਹੈ ਕਿ ਨਹੀਂ। ਚਾਚਾ ਟਹਿਲ ਸਿੰਘ ਆਖਦਾ ਹੁੰਦਾ ਸੀ, ਅਸੀਂ ਸਾਰੀ ਕਹਾਣੀਆਂ, ਪਰ ਸਾਨੂੰ ਲਿਖਣ ਵਾਲਾ ਕੋਈ ਨਹੀਂ। ਤੇ ਚਾਚਾ ਵੇਖ ਲੈ, ਮੈਨੂੰ ਤੇਰੀ ਕਹਾਣੀ ਯਾਦ ਏ ਤੇ ਮੈਨੂੰ ਕਿਸੇ ਦਿਨ ਲਿਖਾਂਗਾ ਵੀ। ਅੱਜ ਤੇ ਮੇਰੇ 4 ਚੁਫੇਰੇ ਕਹਾਣੀਆਂ ਇਕੱਠੀਆਂ ਹੋ ਗਈਆਂ, ਘੇਰਾ ਪਾ ਖਲੋਤੀਆਂ ਨੇ ਤੇ 4 ਚੁਫੇਰੇ ਕਿਆਮਤ ਵਾਲਾ ਸ਼ੋਰ। ਮੇਰੀਆਂ ਕਹਾਣੀਆਂ ਲਹੂ ਲੁਹਾਨ ਨੇ, ਉਹਨਾਂ ਦੇ ਸਿਰ ਨੰਗੇ, ਵਾਲ ਖਿਲਰੇ, ਪਿੰਡੇ ਜ਼ਖਮੀ ਨੇ। ਮੇਰੇ ਹੱਥਾਂ 'ਚ ਟੁੱਟਾ ਹੋਇਆ ਕਲਮ ਤੇ ਟੁੱਟਿਆ ਹੋਇਆ ਠੂਠਾ ਏ, ਜਿਹਦੇ 'ਚ ਮੈਂ ਆਪਣੀਆਂ ਕਹਾਣੀਆਂ ਲਈ ਖੁਸ਼ੀਆਂ ਲੈਣ ਘਰੋਂ ਨਿਕਲਿਆ ਸਾਂ। ਮੇਰੀਆਂ ਅੱਖਾਂ ਇੰਨੇ ਅਥਰੂ ਨੇ ਕਿ ਮੈਂ ਆਪਣਾ ਰਾਹ ਵੀ ਨਹੀਂ ਵੇਖ ਸਕਦਾ। ਮੇਰਾ ਆਪਣਾ ਹਾਲ ਵੀ ਮੇਰੀਆਂ ਆਪਣੀਆਂ ਕਹਾਣੀਆਂ ਵਾਲਾ ਹੈ ਤੇ ਮੈਂ ਸੋਚਣਾ ਮੈਂ ਕਿਵੇਂ ਕਹਾਣੀ ਲਿਖਾਂ। ਅਬਦੁਲ ਹਕ ਆਲਵੀ ਦੀ ਕਹਾਣੀ ਹੈ ਘਿਓ ਦਾ ਗੜਵਾ। ਸਾਰਾ ਪਿੰਡ ਜਲੰਧਰ ਛਾਉਣੀ ਤੋਂ ਪਹਾੜ ਵਾਲੇ ਪਾਸੇ ਹੁਸ਼ਿਆਰਪੁਰ ਵਾਲੀ ਸੜਕ ਤੇ ਛਾਉਣੀ ਤੋਂ 2 ਮੀਲ ਦੀ ਵਿੱਥ ਤੇ ਸੀ। ਪੜ੍ਹਿਆ ਲਿਖਿਆਂ ਦਾ ਪਿੰਡ ਹੋਣ ਕਰਕੇ ਚੰਗੀ ਮਸ਼ਹੂਰੀ ਸੀ, ਕਿਉਂ ਜੇ ਇਲਾਕੇ 'ਚ ਤਾਲੀਮ ਪਹਿਲਾਂ ਇੱਥੇ ਆਈ ਸੀ। ਮੀਆਂ ਨਸੀਰ ਅਹਿਮਦ ਸਾਡੇ ਪਿੰਡ ਦੇ ਹੀ ਵਸਨੀਕ ਸਨ। ਅਸਲ 'ਚ ਪਿੰਡ ਦੀ ਲੋਕੇਸ਼ਨ ਦੀ ਵਜ੍ਹਾ ਨਾਲ ਤਾਲੀਮ ਆਮ ਸੀ। ਕਾਲਜ ਤੀਕ ਪੜ੍ਹਾਈ ਸਰੋਂ ਦਾ ਸਾਗ ਖਾ ਕੇ ਹੀ ਹੋ ਜਾਂਦੀ ਸੀ। ਆਲੇ ਦੁਆਲੇ ਦੇ ਪਿੰਡਾਂ ਨਾਲ ਚੰਗਾ ਭਾਈਚਾਰਾ ਸੀ। ਸੰਨ 57 ਦੀ ਗੱਲ ਹੈ ਜਦੋਂ ਮੈਂ ਵਲਾਇਤ ਪੜ੍ਹਾਈ ਲਈ ਗਿਆ ਤੇ ਫਿਰ ਉੱਥੋਂ ਦਾ ਹੀ ਹੋ ਕੇ ਰਹਿ ਗਿਆ। ਇੰਜ ਵਤਨੀ ਭਰਾਵਾਂ ਨਾਲ ਮੇਲ ਮੁਲਾਕਾਤ ਹੋਈ ਤੇ ਕਦੇ-ਕਦੇ ਇੱਕ ਦੂਜੇ ਨਾਲ ਸੰਨ 47 ਤੋਂ ਪਹਿਲਾਂ ਦੀਆਂ ਗੱਲਾਂ ਵੀ ਹੋਣ ਲੱਗ ਪੈਂਦੀਆਂ। ਮੈਂ ਅੱਜ ਉਹਨਾਂ ਦੀ ਹੀ ਕਹਾਣੀ ਸੁਣਾਉਣ ਲੱਗਾ। ਜਦੋਂ ਮੁਲਕ ਦੀ ਵੰਡ ਹੋਈ ਤੇ ਅੰਗਰੇਜ਼ਾਂ ਦੀ ਸਾਜ਼ਿਸ਼ ਨਾਲ ਪੰਜਾਬ ਵੀ ਟੋਟੇ-ਟੋਟੇ ਹੋ ਗਿਆ, ਸਦੀਆਂ ਤੋਂ ਰਲ ਵਸਦੇ ਲੋਕੀ ਇੱਕ ਦੂਜੇ ਦੇ ਲਹੂ ਦੇ ਤ੍ਰਿਹਾਏ ਬਣ ਗਏ। ਪਲਾਂ 'ਚ ਲੋਕਾਂ ਦੀਆਂ ਅੱਖਾਂ ਬਦਲ ਗਈਆਂ। ਜਿਹੜੇ ਇੱਕ ਦੂਜੇ ਦੇ ਪੱਗ-ਵੱਟ ਸਨ, ਖੂਨ ਦੇ ਵੈਰੀ ਬਣ ਗਏ। ਖੌਰੇ ਕੀ ਹੋ ਗਿਆ ਸੀ? ਲਹਿੰਦੇ ਪਾਸੇ ਸਾਡਾ ਪਿੰਡ ਲਾਲੇ ਵਾਲਾ ਸੀ ਤੇ ਚੜ੍ਹਦੇ ਪਾਸੇ ਨੰਗਲ, ਸਿੱਖਾਂ ਦਾ ਪਿੰਡ। ਬੜੀ ਭਰੱਪੀ ਹੈਗੀ ਸੀ। ਸਿਆਣੇ ਰਲ ਬਹਿੰਦੇ ਹੁੰਦੇ ਸਨ ਤੇ ਅਸੀਂ ਕਈ ਵਾਰ ਫੁੱਟਬਾਲ ਦਾ ਮੈਚ ਖੇਲਣਾ ਤੇ ਇਹ ਫਰਕ ਕਦੇ ਨਹੀਂ ਸੀ ਲੱਗਾ ਜੇ ਇੱਕ ਦਿਨ ਸਾਡੇ ਫਾਸਲੇ ਇੰਨੇ ਕੁ ਵੱਧ ਜਾਣੇ ਨੇ ਜੇ ਮੁੜ ਇੱਕ ਦੂਜੇ ਦਾ ਮੂੰਹ ਵੇਖਣਾ ਵੀ ਨਸੀਬ ਨਹੀਂ ਹੋਣਾ। ਅਗਸਤ 1947 'ਚ ਜਦੋਂ ਮੁਲਕ ਦੀ ਵੰਡ ਤੇ ਹੱਦਬੰਦੀ ਦਾ ਐਲਾਨ ਹੋਇਆ ਤਾਂ ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਅਸੀਂ ਆਪਣੀ ਧਰਤੀ ਤੇ ਗੈਰ ਮੁਲਕੀ ਹੋ ਗਏ ਸਾਂ। ਸਿਆਣਿਆਂ ਰਲ ਕੇ ਫੈਸਲਾ ਕੀਤਾ, ਜੇ ਨੰਗਲ ਵਾਲੇ ਸਾਡੇ ਤੇ ਹਮਲਾ ਕਰਨ ਵਾਲਿਆਂ ਨੂੰ ਰੋਕਣਗੇ ਤਾਂ ਅਸੀਂ ਉਹਨਾਂ ਤੇ ਹਮਲਾ ਕਰਨ ਵਾਲਿਆਂ ਨੂੰ ਠੱਲਾਂਗੇ। ਤੇ ਜਦੋਂ ਗੱਲ ਵੱਸੋਂ ਬਾਹਰ ਹੋ ਗਈ ਤੇ ਸਾਰਾ ਪੰਜਾਬ ਲਹੂ ਲੁਹਾਨ ਹੋ ਗਿਆ। ਪਿੰਡ ਵਾਲਿਆਂ ਇਕੱਠੇ ਹੋ ਸਲਾਹ ਕੀਤੀ ਵੀ ਹੁਣ ਖਬਰਦਾਰ ਰਹਿਣਾ ਪਏਗਾ। ਇੱਕ ਦੁਪਹਿਰ ਵੇਲੇ ਕੁਝ ਫੌਜੀ ਗੱਡੀਆਂ ਸਾਡੇ ਪਿੰਡ ਆਈਆਂ। ਉਹਨਾਂ ਲੋਕਾਂ ਨੂੰ ਇਕੱਠਿਆਂ ਕਰਕੇ ਆਖਿਆ, ਨਾ ਤੇ ਤੁਸੀਂ ਕਿਸੇ ਤੇ ਹਮਲਾ ਕਰੋਗੇ ਤੇ ਨਾ ਹੀ ਉਹ ਕਿਸੇ ਨੂੰ ਸਾਡੇ ਤੇ ਹਮਲਾ ਕਰਨ ਦੇਣਗੇ। ਜਾਂਦੇ ਹੋਏ 2 ਸਿਪਾਹੀ ਸਾਡੇ ਪਿੰਡ ਛੱਡ ਗਏ। ਲੋਡੇ ਵੇਲੇ ਨਾਲ ਨੰਗਲ ਵਾਲੇ ਰਾਹ ਕੋਲ ਇੱਕ ਟਰੱਕ ਆ ਖਲੋਤਾ। ਕੁਝ ਬੰਦੇ ਵਿੱਚੋਂ ਉਤਰ ਕੇ ਟਿੱਬੇ ਦੇ ਥੱਲੇ ਵੱਲ ਚਲੇ ਗਏ ਤੇ 1-2 ਬੰਦੇ ਟਿੱਬੇ ਉੱਤੇ ਹੀ ਬਹਿ ਗਏ। ਉਹ ਸਾਰੇ ਮੁਸੱਲਾ ਸਨ। ਮਿਲਟਰੀ ਦਾ ਅੰਗਰੇਜ਼ ਅਫਸਰ ਜਦੋਂ ਜੀਪ 'ਚੋਂ ਲੰਘਿਆ, ਉਹਨੂੰ ਵੇਖ ਕੇ ਟਿੱਬੇ ਤੇ ਬੈਠੇ ਬੰਦੇ ਖਿਸਕ ਕੇ ਲੰਬੇ ਚਲੇ ਗਏ। ਉਹਨੂੰ ਸ਼ੱਕ ਪੈ ਗਿਆ। ਉਹ ਹੁਸ਼ਿਆਰਪੁਰ ਵੱਲ ਜੀਪ ਮੋੜ ਲਈ ਤੇ ਕੋਈ ਫਰਲਾਂਗ ਕੋ ਪੰਧ ਜਾ ਕੇ ਇੱਕ ਰਾਹ ਨੰਗਲ ਵੱਲ ਮੁੜਦਾ ਸੀ। ਉਹਨੇ ਜੀਪ ਉਧਰ ਮੋੜਤੀ ਤੇ ਚੜ੍ਹਦੇ ਪਾਸਿਓਂ ਟਿੱਬੇ ਲਾਗੇ ਅੱਪੜ ਕੇ ਹਮਲੇ ਲਈ ਇਕੱਠੇ ਹੋਣ ਵਾਲਿਆਂ ਨੂੰ ਲਹੂ ਲੁਹਾਨ ਕਰ ਦਿੱਤਾ। ਇਸ ਤੋਂ ਪਿੱਛੋਂ ਸਿਆਣਿਆਂ ਮਸ਼ਵਰਾ ਕੀਤਾ, ਜੇ ਹੁਣ ਜਾਣ ਲਈ ਕਾਕੀ ਪਿੰਡ ਛਾਉਣੀ ਲਾਗੇ ਚਲੇ ਚੱਲੀਏ। ਜੋ ਨਿੱਕਾ ਨਿਆਣਾ ਸੀ ਸਭ ਕੈਂਪ 'ਚ ਚਲੇ ਗਏ। ਰੱਬ ਦਾ ਕਰਨਾ ਇੰਜ ਹੋਇਆ, ਜੋ ਅਸੀਂ ਟਾਂਗੇ 'ਚ ਬਹਿ ਕੇ ਪਿੰਡ ਜਾਣ ਵਾਲੀ ਕਾਕੀ ਪਿੰਡ ਤੋਂ ਬਾਹਰ ਹੀ ਨਿਕਲਦੇ ਪਏ ਸਾਂ, ਜੋ 10-15 ਬੱਸਾਂ ਹੁਸ਼ਿਆਰਪੁਰ ਵੱਲੋਂ ਆ ਕੇ ਸੜਕ ਤੇ ਖਲੋ ਗਈਆਂ। ਉਹਨਾਂ ਐਲਾਨ ਕੀਤਾ ਕਿ ਪਾਕਿਸਤਾਨ ਜਾਣ ਲਈ ਤਿਆਰ ਹੋ ਜਾਓ, ਕਿਉਂ ਜੇ ਹੁਸ਼ਿਆਰਪੁਰ ਦੇ ਰਾਹ 'ਚ ਚੋਰ ਚੜੇ ਪਏ ਨੇ। ਅਸਾਂ ਟਾਂਗਾ ਉੱਥੇ ਛੱਡਿਆ, ਭੱਜ ਕੇ ਆਪਣੇ ਕੈਂਪ 'ਚ ਪਹੁੰਚ ਗਏ। ਥੋੜੇ ਚਿਰ 'ਚ ਬੱਸਾਂ ਭਰ ਆਈਆਂ ਤੇ ਸਾਡੇ ਖ਼ਵਾਬਾਂ ਦੇ ਦੇਸ਼ ਪਾਕਿਸਤਾਨ ਵੱਲ ਮੂੰਹ ਮੋੜ ਲਏ। ਉਸ ਜ਼ਮਾਨੇ 'ਚ ਬੱਸਾਂ ਭਾਫ ਨਾਲ ਚਲਦੀਆਂ ਸਨ ਤੇ ਤੋਰ ਬੜੀ ਮੱਠੀ ਹੁੰਦੀ ਸੀ।
ਸ਼ਾਮ ਵੇਲੇ ਵਾਘੇ ਦੀ ਸਰਹੱਦ ਤੇ ਅੱਪੜ ਕੇ ਬੱਸਾਂ ਖਲੋ ਗਈਆਂ ਤੇ ਇਸ ਪੜਾਅ ਸਾਰੇ ਮੁਹਾਜਰਾਂ ਦੀ ਸੇਵਾ ਜ਼ੋਰ ਸ਼ੋਰ ਨਾਲ ਕੀਤੀ ਗਈ। ਰਾਤ ਲਾਹੌਰ ਰੇਲਵੇ ਸਟੇਸ਼ਨ 2 ਪਲਾਟਾਂ ਵਿੱਚ ਲੰਘਾ ਕੇ ਅਸੀਂ ਆਪਣੇ ਭਰਾ ਦੇ ਘਰ ਘੁਮਿਆਰਪੁਰੇ ਪੁੱਜ ਗਏ। ਸਾਡਾ ਘਰ ਦਾ ਸਾਰਾ ਸਮਾਨ, ਮਾਲ ਡੰਗਰ ਤੇ ਬੰਦੇ ਪਿੱਛੇ ਰਹਿ ਗਏ ਸੀ। ਜਲੰਧਰ ਛਾਉਣੀ ਤੋਂ ਜਦੋਂ ਮਿਲਟਰੀ ਲੱਭ ਜਾਂਦੀ ਤਾਂ ਕਾਫਲਾ ਟੁਰ ਪੈਂਦਾ ਸੀ। ਮੈਂ ਵੀ ਲਾਹੌਰੋਂ ਵਾਪਸ ਆਪਣੇ ਪਿੰਡ ਅੱਪੜ ਗਿਆ ਤੇ ਜਦੋਂ ਮੈਂ ਕਾਕੀ ਪਿੰਡ ਕੈਂਪ 'ਚ ਗਿਆ ਤਾਂ ਸਾਰੇ ਲੋਕੀ ਲਾਲੇਵਾਲਾ ਨੂੰ ਛੱਡ ਕੇ ਸਣੇ ਸਮਾਨ ਤੇ ਡੰਗਰਾਂ ਕੈਂਪ 'ਚ ਅੱਪੜ ਚੁੱਕੇ ਸਨ। ਮਾਲ ਡੰਗਰਾਂ ਲਈ ਪੱਠੇ ਲਿਆਉਣ ਦੀ ਜ਼ਿੰਮੇਵਾਰੀ ਜਵਾਨਾਂ ਦੀ ਸੀ। ਟੁਰਨ ਤੋਂ ਪਹਿਲਾਂ ਇੱਕ ਭਰਾ ਆਖਣ ਲੱਗਾ, ਯਾਰ ਫਿਰ ਖੌਰੇ ਮੁੜ ਕੇ ਨਾ ਆਉਣਾ ਹੋਵੇ, ਚੰਗਾ ਨਹੀਂ ਜੇ ਆਪਾਂ ਬਜ਼ੁਰਗਾਂ ਦੀਆਂ ਕਬਰਾਂ ਉੱਤੇ ਫਾਤਾ ਆਖ ਲਈਏ। ਸਾਰਿਆਂ ਇਹ ਸਲਾਹ ਮੰਨ ਲਈ ਤੇ ਜਦੋਂ ਪਿੰਡ ਦੀ ਜੂਹ ਲਾਗੇ ਅੱਪੜੇ ਤਾਂ ਵਰਿਆਮਾਂ 'ਚ ਮਾਰ ਮੱਝਾਂ ਚਾਰਦਾ ਨਜ਼ਰੀ ਆਇਆ। ਉਸ ਸਾਨੂੰ ਜਦੋਂ ਵੇਖਿਆ ਤੇ ਮਾਲ ਡੰਗਰ ਛੱਡ ਕੇ ਸਾਡੇ ਵੱਲ ਭੱਜਦਾ ਆਇਆ ਤੇ ਹੱਥ ਜੋੜ ਕੇ ਆਖਣ ਲੱਗਾ, ਰੱਬ ਦਾ ਵਾਸਤਾ ਜੀ, ਇੱਥੋਂ ਹੀ ਮੁੜ ਜਾਓ। ਇੱਥੇ ਜਿਹੜੇ ਲੋਕੀ ਬਾਹਰੋਂ ਆਏ ਨੇ ਉਹ ਤੁਹਾਡੇ ਲਹੂ ਦੇ ਪਿਆਸੇ ਨੇ। ਅਸੀਂ ਦਲੀਲ ਪੈ ਗਏ। ਇੰਨੇ ਨੂੰ ਕੀ ਵੇਖਣੇ ਆ ਜੇ 5-6 ਜਣੇ ਕਿਰਪਾਨਾਂ ਟਕੂਏ ਲੈ ਕੇ ਸਾਡੇ ਵੱਲ ਨੱਸੇ ਆਉਂਦੇ ਨੇ। ਤੇ ਜਦੋਂ ਥੋੜੀ ਜਿਹੀ ਵਿੱਥ ਤੇ ਰਹਿ ਗਏ ਅਸੀਂ ਵੀ ਦੁੜਕ ਲਾਤੀ। ਕਮਾਦ ਦੇ ਖੇਤ ਦਾ ਉੱਲਾ ਹੋਣ ਕਰਕੇ ਉਹਨਾਂ ਨੂੰ ਸਾਡੇ ਭੱਜਣ ਦਾ ਪਤਾ ਕੁਝ ਚਿਰ ਮਗਰੋਂ ਲੱਗਾ ਤੇ ਨਾਲੇ ਮੌਤ ਜਦੋਂ ਸਾਹਮਣੇ ਆਣ ਹੁੰਗਾਰਾ ਭਰਦੀ ਦਿਸਦੀ ਹੋਵੇ ਉਸ ਵੇਲੇ ਬੰਦਾ ਆਪ ਹੀ ਤ੍ਰਿਖਾ ਹੋ ਜਾਂਦਾ। ਰੱਬ ਰੱਬ ਕਰਕੇ ਪੱਕੀ ਸੜਕ ਤੇ ਅੱਪੜੇ। ਉਧਰੋਂ ਮਿਲਟਰੀ ਦੀਆਂ 2 ਗੱਡੀਆਂ ਆ ਗਈਆਂ। ਇੰਜ ਸਾਡੀ ਬੱਚਤ ਹੋ ਗਈ। ਮੌਤ ਹਰ ਵੇਲੇ ਆਲੇ ਦੁਆਲੇ ਗੇੜੇ ਕੱਢਦੀ ਨਜ਼ਰੀ ਪੈਂਦੀ ਸੀ। ਅਗਲੇ ਦਿਨ ਐਲਾਨ ਹੋ ਗਿਆ ਜੀ ਕਾਫਲਾ ਸੁਬਾਹ ਤੜਕੇ ਟੁਰ ਪਏਗਾ। ਸਮਾਨ ਤੇ ਅੱਗੇ ਹੀ ਬੰਨਿਆ ਹੋਇਆ ਸੀ। ਤੜਕਸਾਰ ਮੀਂਹ ਪੈਣਾ ਸ਼ੁਰੂ ਹੋ ਗਿਆ ਪਰ ਕਾਫਲੇ ਦੇ ਟੁਰਨ 'ਚ ਕੋਈ ਰੁਕਾਵਟ ਨਾ ਪਈ। ਸਾਡਾ ਸਾਰਾ ਸਮਾਨ 2 ਗੱਡਿਆਂ ਤੇ ਲੱਦਿਆ ਹੋਇਆ ਸੀ। 3 ਬਲਦ ਤੇ 1 ਸੰਡਾ ਸੀ। ਰੱਬ ਦੇ ਆਸਰੇ ਕਾਫਲਾ ਚੱਲ ਪਿਆ। ਦੁਪਹਿਰ ਵੇਲੇ ਕਾਫਲਾ ਜਲੰਧਰੋਂ ਅੱਗੇ ਲੰਘ ਆਇਆ ਸੀ। ਮੀਂਹ 'ਚ ਟੁਰਦੇ ਬਿਆਸੇ ਦਰਿਆ ਤੇ ਕਾਫਲਾ ਰਾਤ ਨੂੰ ਠਹਿਰ ਗਿਆ। ਬਾਰਿਸ਼ਾਂ ਦਾ ਮੌਸਮ ਸੀ। ਰਾਤ ਹਨੇਰੀ, 4 ਚੁਫੇਰੇ ਦਰਿਆ ਦੇ ਸ਼ੁਕਰਨ ਦੀਆਂ ਆਵਾਜ਼ਾਂ ਆਉਂਦੀਆਂ ਸਨ। ਬਾਰਿਸ਼ ਜ਼ੋਰਾਂ ਨਾਲ ਵਰਦੀ ਪਈ ਸੀ। ਇੱਕਦਮ ਬਿਆਸੇ ਦਰਿਆ ਦਾ ਪਾਣੀ ਕੰਢਿਆਂ ਤੋਂ ਬਾਹਰ ਉੱਥਲ ਪਿਆ। ਨਸ ਦੌੜ ਸ਼ੁਰੂ ਹੋ ਗਈ। ਹਰ ਕੋਈ ਹੜ੍ਹ ਦੇ ਪਾਣੀ ਤੋਂ ਬਚਣ ਲਈ ਉੱਚੀ ਥਾਂ ਵੱਲ ਭੱਜ ਪਿਆ। ਫਿਰ ਵੀ ਸਾਰੇ ਲੋਕੀ ਲਲਕਾਰਾਂ ਮਾਰਦੇ ਪਾਣੀ 'ਚ ਡੁੱਬਦੇ ਹਾੜੇ ਪਏ ਕਰਦੇ ਸਨ ਪਰ ਉਹਨਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ। ਸਾਡੀਆਂ ਅੱਖਾਂ ਦੇ ਸਾਹਮਣੇ ਮੌਤ ਦਾ ਨਾਚ ਹੋ ਰਿਹਾ ਸੀ। ਅਸੀਂ ਬੇਵੱਸ ਇੱਕ ਖੂਹ ਦੀ ਪੈੜ ਉੱਤੇ ਪਨਾਹ ਲੈਣ ਲਈ ਚੜ੍ਹ ਗਏ ਸੀ। ਗੱਡਿਆਂ ਉੱਤੇ ਬੈਠੇ ਇਨਸਾਨ ਰੁੜੀ ਜਾਂਦੇ ਸਨ ਤੇ ਜਦ ਬੰਦਾ ਕਿਸੇ ਦਰਖਤ ਨਾਲ ਅੜ ਕੇ ਹਲੂਣਾ ਖਾਂਦਾ ਮੁੱਦਾ ਹੋ ਜਾਂਦਾ। ਫੌਜੀ ਜਵਾਨ ਬਿਆਸੇ ਦੇ ਪੁਲ ਉੱਤੇ ਰੱਸੇ ਲੈ ਕੇ ਲੋਕਾਂ ਨੂੰ ਬਚਾਉਣ ਦਾ ਯਤਨ ਕਰ ਰਹੇ ਸਨ। ਫਿਰ ਵੀ ਸੈਂਕੜੇ ਲੋਕ ਆਪਣੀਆਂ ਜਾਨਾਂ ਗਵਾ ਬੈਠੇ ਸਨ। ਅਸੀਂ 3 ਦਿਨ ਤੇ 3 ਰਾਤਾਂ ਪਾਣੀ 'ਚ ਖਲੋ ਕੇ ਗੁਜ਼ਾਰੇ। ਖਾਣ ਪੀਣ ਤੋਂ ਬਗੈਰ ਮਾਸਟਰ ਅਲੀ ਗੋਹਰ ਸੰਟ ਬਰੇਖੂ ਦੀ ਪੈੜ ਤੇ ਬੱਚਿਆਂ ਨੂੰ ਕੁੱਛੜ ਚੁੱਕ ਕੇ ਖਲੋਤੇ ਰਹੇ। ਤੀਜੇ ਦਿਨ ਪਾਣੀ ਨੇ ਲੈਣਾ ਸ਼ੁਰੂ ਕੀਤਾ। ਅਖੀਰ ਦਰਿਆ ਆਪਣੇ ਆਪ 'ਚ ਹੋ ਗਿਆ। ਲੋਕੀ ਇੱਕ ਦੂਜੇ ਨੂੰ ਲੱਭਣ ਲੱਗ ਪਏ ਤਾਂ ਜੇ ਕੋਈ ਬਚ ਗਿਆ ਹੈ ਕਿ ਨਹੀਂ। ਡੰਗਰਾਂ ਲਈ ਪੱਠਾ ਤੂੜੀ ਮੁੱਕ ਗਿਆ ਸੀ। ਖਾਣ ਪੀਣ ਦਾ ਸਮਾਨ ਹੜ੍ਹ ਨੇ ਬਰਬਾਦ ਕਰਤਾ ਸੀ। ਭੁੱਖ ਨੇ ਹਿੱਲਣ ਜੋਗੇ ਨਹੀਂ ਸੀ ਛੱਡਿਆ। ਇੱਕ ਸਰਦਾਰ 2 ਜਵਾਨ ਲੈ ਕੇ ਹੜ੍ਹ ਵਾਲੇ ਇਲਾਕੇ 'ਚ ਗੇੜਾ ਲਾ ਰਿਹਾ ਸੀ। ਅਸੀਂ ਹੈਰਾਨ ਹੋਏ, ਜੇ ਇਹ ਰੱਬ ਦਾ ਬੰਦਾ ਕੀ ਲੱਭਦਾ ਫਿਰਦਾ ਹੈ। ਉਹ ਸਾਡੇ ਲਾਗੇ ਆਏ ਤੇ ਮੇਰੇ ਚਾਚੇ ਆਖਿਆ, ਸਰਦਾਰ ਜੀ ਕੀ ਲੱਭਦੇ ਹੋ? ਉਹ ਸਗੋਂ ਮੋੜ ਦਿੱਤਾ, ਲੱਭਦੇ ਦਾ ਕੁਛ ਨਹੀਂ, ਤੁਸੀਂ ਦੱਸੋ ਕਿਸੇ ਸ਼ੈ ਦੀ ਲੋੜ ਹੋਵੇ। ਮੈਂ ਛੇਤੀ ਨਾਲ ਆਖਿਆ, ਸਰਦਾਰ ਜੀ ਸਾਨੂੰ ਕੋਈ ਲੋੜ ਨਹੀਂ। ਕਿਉਂ ਜੇ ਮੈਨੂੰ ਪਤਾ ਸੀ ਜੇ ਉਸ ਵੇਲੇ ਕੋਈ ਸਿੱਖ ਸਾਡਾ ਸੱਜਣ ਕਿਵੇਂ ਹੋ ਸਕਦਾ ਸੀ। ਬੰਦਾ ਸਿਆਣਾ ਸੀ, ਸਮਝ ਗਿਆ। ਕਹਿਣ ਲੱਗਾ, ਕਾਕਾ ਮੈਂ ਤੇਰੀ ਗੱਲ ਸਮਝ ਗਿਆ, ਤੁਹਾਨੂੰ ਹਰ ਸ਼ੈ ਦੀ ਥੋੜ ਏ ਪਰ ਤੁਸੀਂ ਡਰਦੇ ਹੋ। ਮੇਰੇ ਮੂੰਹੋਂ ਛੇਤੀ ਨਾਲ ਨਿਕਲ ਗਿਆ, ਆਹੋ ਤੁਹਾਡੇ ਕੋਲੋਂ ਡਰ ਆਉਂਦਾ। ਉਹ ਹੱਸ ਕੇ ਆਖਣ ਲੱਗਾ, ਪੁੱਤਰ 5 ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ, ਸਾਨੂੰ ਅਜ਼ਮਾ ਕੇ ਦੇਖੋ। ਤੁਹਾਡੇ ਡੰਗਰ ਭੁੱਖੇ ਨੇ ਪੱਕ ਨਾਲ, ਤੁਸੀਂ ਵੀ ਕਈ ਦਿਨਾਂ ਤੋਂ ਭੁੱਖੇ ਹੋ। ਗੱਲ ਤੇ ਠੀਕ ਸੀ। ਚਾਚੇ ਹੋਰੀ ਆਖਣ ਲੱਗੇ, ਸਰਦਾਰ ਜੀ ਭੁੱਖ ਬੜੀ ਬੁਰੀ ਸ਼ੈ ਜੀ। ਅੱਜ 5 ਦਿਨ ਦਾ ਫਾਕਾ ਹੈ। ਤੇ ਉਹਦੀਆਂ ਅੱਖਾਂ 'ਚੋਂ ਤ੍ਰਿਪ ਪੱਥਰੂ ਡਿੱਗਣ ਲੱਗ ਪਏ। ਸਰਦਾਰ ਨੇ ਚਾਚੇ ਨੂੰ ਘੁੱਟ ਕੇ ਜੱਫੇ ਪਾਈ ਤੇ ਧਾਈ ਮਾਰ ਕੇ ਰੋਣ ਡੈ ਪਿਆ। ਕਹਿਣ ਲੱਗਾ, ਚੌਧਰੀ ਮੈਂ ਉਹਨਾਂ ਇਨਸਾਨਾਂ 'ਚੋਂ ਨਹੀਂ ਜਿਹੜੇ ਅੱਜ ਹੈਵਾਨ ਬਣੇ ਹੋਏ ਨੇ। ਤੂੰ ਚੱਲ ਮੇਰੇ ਨਾਲ, ਮੈਂ ਹਰ ਸ਼ੈ ਦਾ ਬੰਦੋਬਸਤ ਕਰਨਾ ਵਾ। ਮੈਂ ਰੋਣ ਲੱਗ ਪਿਆ, ਜੇ ਮੈਂ ਆਪਣੇ ਚਾਚੇ ਨੂੰ ਨਹੀਂ ਘੱਲਣਾ। ਪਰ ਸਰਦਾਰ ਬੂਟਾ ਸਿੰਘ ਜ਼ੋਰੋ ਜ਼ੋਰੀ ਆਪਣੇ ਘਰ ਬਿਆਸੇ ਲਾਗੇ, ਖੌਰੇ ਉਹਦੇ ਪਿੰਡ ਦਾ ਨਾਂ ਗਡਾਣਾ ਸੀ, ਚਾਚੇ ਨੂੰ ਲੈ ਗਿਆ। ਘਰ ਲਿਜਾ ਕੇ ਖੂਬ ਟਹਿਲ ਸੇਵਾ ਕੀਤੀ। ਬਿਸਤਰਾ ਵਿਛਾ ਚਾਚੇ ਹੋਰਾਂ ਨੂੰ ਲਟਾ ਦਿੱਤਾ। ਆਪ ਖਰਾਸ ਜੋੜ ਦਿੱਤਾ। 3 ਤੰਗੜ ਤੂੜੀ, ਕੁਝ ਲੂਣ, ਤੇਲ ਤੇ ਘਿਓ ਦਾ ਕੜਵਾ ਭਰ ਕੇ ਤਿਆਰ ਕਰ ਦਿੱਤੇ।
ਪਰੌਂਠੇ ਪਕਾ ਕੇ ਪੌਣੇ 'ਚ ਬੰਨ੍ਹ ਦਿੱਤਾ। ਇੱਕ ਤੋੜਾ ਆਟੇ ਦਾ ਪਸ਼ੂਆਂ ਲਈ ਤੇ ਦੂਜਾ ਸਾਡੇ ਖਾਣ ਲਈ, ਤੂੜੀ ਤੇ ਸਭ ਕੁਝ ਲੈ ਕੇ ਸਰਦਾਰ ਜੀ ਸਾਡੇ ਕੋਲ ਅੱਪੜ ਗਏ ਤੇ ਆਖਣ ਲੱਗੇ, ਲੈ ਵੀ ਕਾਕਾ, ਆਪਣੇ ਚਾਚੇ ਨੂੰ ਸਾਂਭ ਲੈ। ਮੈਂ ਆਖਿਆ ਸੀ ਨਾ, 5 ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਅਸੀਂ ਬੜੇ ਹੈਰਾਨ ਸੀ, ਪਰ ਧਰਤੀ ਤੇ ਵਸਦੇ ਫਰਿਸ਼ਤੇ ਦਾ ਰੂਪ ਸਾਡੇ ਸਾਹਮਣੇ ਖੜਾ ਸੀ। ਮੈਨੂੰ ਇੰਝ ਲੱਗਾ ਜਿਵੇਂ ਇੱਕ ਫਰਿਸ਼ਤਾ ਅੱਲਾ ਵੱਲੋਂ ਸਾਡੇ ਲਈ ਇਮਦਾਦ ਲੈ ਕੇ ਆਇਆ ਹੋਵੇ। ਉਸ ਆਖਿਆ, ਮੇਰੇ ਕੋਲ ਵੇਲਾ ਘੱਟ ਏ, ਜੇ ਕੱਲ੍ਹ ਤੀਕਰ ਕਾਫਲਾ ਨਾ ਤੁਰਿਆ ਤਾਂ ਮੈਂ ਦੁੱਧ ਵੀ ਅਪੜਾਵਾਂਗਾ। ਪਰ ਅਗਲੇ ਦਿਨ ਸਵੇਰੇ ਹੀ ਅਸੀਂ ਟੁਰ ਪਏ ਤੇ ਖੈਰ ਖਰੀਅਤ ਨਾਲ ਵਾਘੇ ਅੱਪੜ ਗਏ। ਆਪਣੀ ਧਰਤੀ ਵੇਖ ਕੇ ਅੱਖਾਂ 'ਚ ਅੱਥਰੂ ਆ ਗਏ। ਫਿਰਦੇ ਫਰਾਂਦੇ ਅਸੀਂ ਗੁਜਰੇ ਇੱਕ ਪਿੰਡ ਵਿੱਚ ਆ ਵਸੇ। ਘਿਓ ਵਾਲਾ ਗੜਵਾ ਹਾਲੇ ਵੀ ਸਾਡੇ ਕੋਲ ਸੀ, ਜਿਹੜਾ ਸਾਨੂੰ ਸਰਦਾਰ ਬੂਟਾ ਸਿੰਘ ਦੀ ਯਾਦ ਕਰਾਉਂਦਾ ਰਹਿੰਦਾ ਸੀ। ਮੈਂ ਪੜ੍ਹਾ ਕੇ ਸੰਨ 57 'ਚ ਮਾਨਚੈਸਟਰ ਅੱਪੜ ਗਿਆ। ਉਹ ਗੜਵਾ ਵੀ ਆਪਣੇ ਨਾਲ ਹੀ ਲੈ ਗਿਆ, ਕਿਉਂ ਜੋ ਮੈਨੂੰ ਇਹ ਆਪਣੀ ਹਯਾਤੀ ਨਾਲੋਂ ਵੀ ਵੱਧ ਪਿਆਰਾ ਸੀ, ਜਿਹਦੇ ਨਾਲ ਇੱਕ ਫਰਿਸ਼ਤੇ ਇਨਸਾਨ ਦੀ ਯਾਦ ਹਰ ਵੇਲੇ ਤਾਜ਼ਾ ਰਹਿੰਦੀ ਸੀ। ਮੇਰੇ ਡਰਾਇੰਗ ਰੂਮ ਦੀ ਇੱਕ ਗੁੱਠ ਉਹਦੇ ਲਈ ਮਖਸੂਸ ਸੀ। ਜਦੋਂ ਮੈਨੂੰ ਕੋਈ ਪੁੱਛਦਾ ਕਿ ਇਹ ਗੜਵਾ ਕੀ ਸ਼ੈ ਹੈ ਤੇ ਕਿਉਂ ਜੋ ਮੈਂ ਉਹਨੂੰ ਬੜਾ ਸਜਾ ਫਬਾ ਕੇ ਰੱਖਿਆ ਸੀ, ਮੈਂ ਸ਼ੁਰੂ ਤੋਂ ਅਖੀਰ ਤੱਕ ਇਹ ਕਹਾਣੀ ਦੱਸ ਛੱਡਦਾ ਸਾਂ। ਸਾਡੇ ਸ਼ਹਿਰ 'ਚ ਰਿਵਾਜ ਹੀ ਬਣ ਗਿਆ ਸੀ ਕਿ ਇੱਥੋਂ ਦੇ ਪੱਕੇ ਵਸਨੀਕ ਆਪਣੇ ਬਜ਼ੁਰਗਾਂ ਨੂੰ ਵਲੈਤ ਦੀ ਸੈਰ ਲਈ ਸੱਦ ਲੈਂਦੇ ਸੀ। ਮੈਂ ਚਾਚੇ ਹੋਰਾਂ ਨੂੰ ਸੈਰ ਕਰਾਉਣ ਲਈ ਵਲੈਤ ਸੱਦ ਲਿਆ, ਤਾਂ ਜੋ ਸੈਰ ਵੀ ਹੋ ਜਾਏ ਤੇ ਪਰਤਣ ਵੇਲੇ ਹੱਜ ਦੀ ਸੁਆਦਤ ਵੀ ਪੂਰੀ ਹੋ ਜਾਏ। ਹੁਣ ਮੈਂ ਚੰਗੇ ਭਲੇ ਸਟੋਰ ਦਾ ਮਾਲਕ ਸਾਂ। ਮੈਨੂੰ ਉਹ ਸਭ ਦੁੱਖ ਤੇ ਮੁਸੀਬਤਾਂ ਭੁੱਲ ਚੁੱਕੇ ਸਨ। ਜਦੋਂ ਮੈਂ ਆਪਣੇ ਡਰਾਇੰਗ ਰੂਮ 'ਚ ਪਏ ਗੜਵੇ ਨੂੰ ਵੇਖਦਾ ਸਾਂ ਤਾਂ ਮੈਨੂੰ 82 ਦਾ ਹੜ੍ਹ ਯਾਦ ਆ ਜਾਂਦਾ ਸੀ। ਮੇਰੇ ਸਟੋਰ ਦੇ ਸਾਹਮਣੇ ਸਿੱਖਾਂ ਦੀ ਫੈਮਿਲੀ ਦਾ ਸਟੋਰ ਸੀ। ਹੌਲੀ ਹੌਲੀ ਸਾਡਾ ਦੋਵਾਂ ਦਾ ਬੜਾ ਭਾਈਚਾਰਾ ਬਣ ਗਿਆ ਸੀ। ਮੈਂ ਰੱਜ ਕੇ ਚਾਚੇ ਹੋਰਾਂ ਨੂੰ ਵਲਾਇਤ ਦੇ ਸਾਰੇ ਸ਼ਹਿਰ ਆਪਣੀ ਕਾਰ 'ਚ ਬਿਠਾ ਕੇ ਵਿਖਾਏ। ਜਦੋਂ ਰੱਜ ਗਏ ਤਾਂ ਹੱਜ ਦਾ ਮਹੀਨਾ ਵੀ ਲਾਗੇ ਅੱਪੜ ਚੁੱਕਿਆ ਸੀ ਤੇ ਉਹਨਾਂ ਦੇ ਵਾਪਸ ਮੁੜਨ 'ਚ ਥੋੜੇ ਦਿਨ ਰਹਿੰਦੇ ਸਨ। ਜੇ ਇੱਕ ਦਿਨ ਪ੍ਰੀਤਮ ਸਿੰਘ, ਸਾਹਮਣੇ ਵਾਲੇ ਸਟੋਰ ਦਾ ਸੱਜਣ, ਆਖਣ ਲੱਗਾ, ਯਾਰ ਮੇਰੇ ਦਾਦਾ ਜੀ ਕੱਲ੍ਹ ਹੀ ਅੱਪੜੇ ਨੇ, ਉਹ ਬੜੇ ਉਦਾਸੇ ਹੋਏ ਨੇ। ਮੈਂ ਆਖਿਆ, ਇੱਕ ਦਿਨ 'ਚ ਹੀ ਉਦਾਸ ਹੋ ਗਏ ਨੇ? ਆਹੋ ਯਾਰ। ਮੈਂ ਉਹਨੂੰ ਆਖਿਆ, ਇੰਝ ਕਰ, ਉਹਨਾਂ ਨੂੰ ਕੱਲ੍ਹ ਸਾਡੇ ਘਰ ਲੈ ਆਵੀਂ, ਚਾਚੇ ਹੋਰਾਂ ਨਾਲ ਗੱਲਬਾਤ ਕਰਕੇ ਉਦਾਸੀ ਦੂਰ ਹੋ ਜਾਏਗੀ। ਉਹ ਹੱਸ ਪਿਆ ਤੇ ਨਾਲੇ ਕਹਿਣ ਲੱਗਾ, ਯਾਰ ਗੱਲ ਤੇ ਠੀਕ ਹੈ, ਸਾਡਾ ਭਾਈਚਾਰਾ ਕਾਫੀ ਗੂੜਾ ਹੋ ਚੁੱਕਿਆ ਸੀ ਤੇ ਅਗਲੇ ਦਿਨ ਸ਼ਾਮ ਨੂੰ ਸਾਡੇ ਘਰ ਆ ਗਏ। ਪ੍ਰੀਤਮ ਦੇ ਦਾਦਾ ਜੀ ਬੜੇ ਗੌਰ ਨਾਲ ਗੁੱਠ 'ਚ ਪਏ ਗੜਵੇ ਵੱਲ ਵੇਖ ਰਹੇ ਸਨ। ਆਖਣ ਲੱਗੇ, ਕਾਕਾ ਇਹ ਗੜਵਾ ਇੱਥੇ ਕਿਉਂ ਰੱਖਿਆ? ਮੈਂ ਜਵਾਬ ਦਿੱਤਾ, ਸਰਦਾਰ ਜੀ, ਇੱਕ ਫਰਿਸ਼ਤਾ ਸੂਰਤ ਇਨਸਾਨ ਦੀ ਨਿਸ਼ਾਨੀ ਹੈ। ਉਹ ਬੜੇ ਖੁਸ਼ ਹੋਏ ਤੇ ਆਖਣ ਲੱਗੇ, ਉਹ ਖੁਸ਼ਕਿਸਮਤ ਇਨਸਾਨ ਕੌਣ ਹੈ? ਮੈਂ ਆਖਿਆ, ਉਹਦਾ ਤਾਲੁਕ ਤੁਹਾਡੇ ਅੰਮ੍ਰਿਤਸਰ ਨਾਲ ਹੈ ਤੇ ਉਹ ਸਿੱਖ ਮਜ਼ਹਬ ਦਾ ਪੈਰੋਕਾਰ ਹੈ। ਇਹ ਸੁਣ ਕੇ ਹੋਰ ਖੁਸ਼ ਹੋਏ। ਇੰਨੇ 'ਚ ਚਾਚੇ ਹੋਰੀ ਅੰਦਰ ਆ ਵੜੇ। ਦੋਵਾਂ ਬਜ਼ੁਰਗਾਂ ਇੱਕੋ ਵਾਰੀ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਤਾੜਿਆ ਤੇ ਭੱਜ ਕੇ ਜੱਫੀ ਪਾ ਲਈ। ਦੋਵਾਂ ਦੀਆਂ ਅੱਖਾਂ 'ਚੋਂ ਹੰਝੂਆਂ ਦਾ ਹੜ੍ਹ ਵਗ ਰਿਹਾ ਸੀ। ਅਸੀਂ ਸਾਰੇ ਹੈਰਾਨ ਸਾਂ ਕਿ ਇਹ ਕੀ ਤਾਲੁਕ ਤੇ ਕੀ ਰਿਸ਼ਤਾ ਹੈ। ਤੇ ਜਦੋਂ ਪਤਾ ਲੱਗਾ ਜੇ ਸਰਦਾਰ ਹੋਰੀ ਗਡਾਣੇ ਵਾਲੇ ਫਰਿਸ਼ਤਾ ਸੀਰਤ ਇਨਸਾਨ ਨੇ, ਤੇ ਮੈਂ ਵੀ ਉਹਨਾਂ ਨੂੰ ਘੁੱਟ ਕੇ ਜੱਫੀ ਪਾ ਬਹੁਤ ਰੋਇਆ। ਮੇਰੇ ਪੈਰ ਜ਼ਮੀਨ ਤੇ ਨਹੀਂ ਸਨ ਲੱਗਦੇ। ਮੈਂ ਬਹੁਤ ਜਜ਼ਬਾਤੀ ਹੋ ਗਿਆ ਸਾਂ। ਮੈਂ ਭੱਜ ਕੇ ਗੜਵਾ ਚੁੱਕ ਲਿਆਂਦਾ ਤੇ ਆਖਿਆ, ਇਹ ਤੁਹਾਡੀ ਨਿਸ਼ਾਨੀ, ਮੈਂ ਵਿਲਾਇਤ ਆਪਣੇ ਕੋਲ ਲਿਆਂਦੀ ਹੋਈ ਸੀ, ਇਹ ਆਪਣੀ ਅਮਾਨਤ ਸੰਭਾਲ ਲਓ। ਉਹ ਹੱਸ ਪਏ ਤੇ ਆਖਣ ਲੱਗੇ, ਨਾ ਕਾਕਾ ਨਾ, ਮੈਂ ਇਹ ਜ਼ੁਲਮ ਨਹੀਂ ਕਰ ਸਕਦਾ। ਇਹ ਗੜਵਾ ਤੇਰੇ ਡਰਾਇੰਗ ਰੂਮ 'ਚ ਹੀ ਰਵੇ ਤਾਂ ਜੇ ਤੂੰ ਇਹਦੇ ਰਾਹੀਂ ਮੈਨੂੰ ਯਾਦ ਰੱਖੇ। ਅੱਧੀ ਰਾਤ ਤੀਕਰ ਸਰਦਾਰ ਬੂਟਾ ਸਿੰਘ ਹੋਰਾਂ ਤੇ ਉਹਨਾਂ ਦੇ ਪਰਿਵਾਰ ਨਾਲ ਗੱਲਾਂ ਕਰਦੇ ਰਹੇ। ਜਿੰਨਾ ਚਿਰ ਚਾਚੇ ਹੋਰੀ ਹੱਜ ਤੇ ਨਹੀਂ ਗਏ, ਸਰਦਾਰ ਜੀ ਤੇ ਚਾਚੇ ਹੋਰੀ ਸਾਰੀ ਦਿਹਾੜੀ ਇਕੱਠੇ ਹੀ ਰਹਿੰਦੇ ਸਨ, ਕਦੀ ਮੇਰੇ ਸਟੋਰ ਤੇ ਕਦੀ ਪ੍ਰੀਤਮ ਦੇ ਸਟੋਰ ਤੇ ਜਿਸ ਦਿਨ ਚਾਚਾ ਜੀ ਹੱਜ ਲਈ ਤਿਆਰ ਹੋਏ, ਸਾਡੇ ਨਾਲ ਸਰਦਾਰ ਜੀ ਦਾ ਸਾਰਾ ਟੱਬਰ ਚਾਚਾ ਜੀ ਨੂੰ ਰੱਬ ਰਾਖਾ ਆਖਣ ਲਈ ਜੁੜਿਆ ਹੋਇਆ ਸੀ। ਧੰਨਵਾਦ।